ਸਵਾਗਤ ਹੈ ਜੀ ਤੁਹਾਡਾ ਮਾਲਵਾ ਐਮਵੀ ਟੀਵੀ ਦੀ ਸਾਰੀ ਟੀਮ ਵੱਲੋਂ। ਜਿੱਥੇ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਦਿੱਲੀ ਕਟੜਾ ਐਕਸਪ੍ਰੈਸ ਵੇ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਦਾ ਸਹੀ ਨਾ ਰੇਟ ਦੇਣ ਦੇ ਵਿਰੁੱਧ ਵਿੱਚ ਕਿਸਾਨ ਅਣਮਿੱਥੇ ਸਮੇਂ ਲਈ ਸੰਘਰਸ਼ ਤੇ ਬੈਠੇ ਹਨ ਅਤੇ ਉਹਨਾਂ ਵੱਲੋਂ ਤਿਆਰ ਕੀਤੀ ਗਈ ਕਮੇਟੀ किसान संघर्ष कमेटी पंजाब वालों फैसला किया गया है कि जिन्ना समा सरकार कानून रद्द नहीं करती उन्ना समा वो इस जमीन बारे कोई गल नहीं करनगे अते वो अपनी जमीन देने तो कोरी ना करते हैं। मालवा एमवी टीवी तो रशमिंदर सिंह की रिपोर्ट। क्या बनिया ने रस्ते बने हुए ने हुण ये जिहड़ी सड़क थोपी जा रही है इहनूं कोई रस्ता नहीं। साडे जिहड़े खेत नूं रस्ता जांदा उहनूं 4-5 किलियां दा उहदे च काट पै रही है, मुड़ के उहदे रस्ते की कोई प्रपोजल नहीं बननी। सारी हैरानगी होगी। ये नवीं सड़क है जिहड़ी ये डिवेलपमेंट वास्ते नहीं बन रही, ये तो जिहड़े दिल्ली का संघर्ष चल रहा किसानों का उन्होंने कमज़ोर करने वास्ते एक सबूत मिल गया सानू भी जिहड़ी वो सड़क उन्हां वास्ते बन रही है। वो कल्ले इस नहीं खड़ना, समझौते च नहीं खड़ना। उन्होंने जमीनां लैके आप खेती करनी है, इत्थों जिहड़े आप जनसा पैदा करके उन्होंने सीधे दिल्ली जाणगियां। जिहड़ा सानू फायदे की गल करदे हो सानू इहदा कोई फायदा नहीं होना। साडा इहदे ट्रैक्टर नहीं जाना, ਜ਼ਮੀਨਾਂ ਸਾਰਿਆਂ ਦੀਆਂ ਟੇਢੀ ਜਾਣ ਕਰਕੇ ਅੱਧ ਵਿਚਾਲੋਂ ਵੱਡੀਆਂ ਜਾ ਰਹੀਆਂ ਨੇ। ਫਗਵਾੜਾ ਸਾਹਿਬ ਪਹਿਲਾਂ ਨੈਸ਼ਨਲ ਹਾਈਵੇ ਬਣਿਆ ਚੰਡੀਗੜ੍ਹ ਬਠਿੰਡਾ ਤੁਹਾਡੇ ਕੋਲ ਦੀ ਲੰਘਦਾ, ਜਾਨੀ ਕਿ 2-2 ਕਰੋੜ ਰੁਪਈਆ 1-1 ਏਕੜ ਦਾ ਮਿਲਿਆ ਜਾਂ 1.5 ਕਰੋੜ ਮਿਲਿਆ। ਉੱਥੇ ਕਿਤੇ ਨਾ ਕਿਤੇ ਫਿਰ ਵੀ ਕਿਸਾਨ ਥੋੜੇ ਬਹੁਤੇ ਸੰਤੁਸ਼ਟ ਹੁੰਦੇ ਤੇ ਵੀ ਚਲੋ ਸਾਨੂੰ ਕੁਛ ਨਾ ਕੁਛ ਮਿਲਿਆ, ਪਰ ਇਹ 9.5 ਲੱਖ ਵਾਲੀ ਗੱਲ ਤੁਸੀਂ ਕਿਵੇਂ ਕਹਿ ਰਹੇ ਹੋ ਜਾਂ ਕਿਸਾਨ ਆਗੂ ਕਿਵੇਂ ਕਹਿ ਰਹੇ ਨੇ? ਜਿੱਥੇ ਅਸੀਂ ਖੜੇ ਹਾਂ ਇੱਥੇ ਸਾਡੀ ਪੰਚਾਇਤ ਦੀ ਫੱਗੂ ਵਾਲੀ ਜ਼ਮੀਨ ਵੀ ਆਈ ਹੈ ਜਾਂ ਥੋੜਾ ਮੋਟਾ ਸੂਏ ਦਾ ਥਾਂ ਸੀ, ਉਹ ਕਰੋੜਾਂ 'ਚ ਮਿਲਿਆ। ਕਰੋੜਾਂ 'ਚ ਪੈਸਾ ਮਿਲਿਆ, ਉਹਦੇ ਨਾਲ ਕੋਈ ਵਸੇਬਾ ਵੀ ਹੋ ਸਕਦਾ। ਜਿਹੜਾ ਕੀਮਤ ਵੱਧ ਮਿਲੂਗੀ ਪਹਿਲਾਂ ਉਜਾੜਾ ਹੋਊਗਾ ਫਿਰ ਹੀ ਕਿਤੇ ਵੱਧ ਜ਼ਮੀਨ ਲਊਗਾ ਤਾਂ ਹੀ ਜਾਊਗਾ ਅਗਲਾ। ਨਹੀਂ ਤਾਂ ਇੱਥੇ ਸਾਡੇ ਪਿੰਡ ਦੀ ਜ਼ਮੀਨ ਸਾਨੂੰ 2 ਕਿੱਲੇ ਬਹੁਤ ਨੇ, 4 ਕਿੱਲੇ ਬਹੁਤ ਨੇ, ਜਾਂ ਸਾਰੀ ਕਿਸੇ ਦੀ ਆ ਨਹੀਂ ਰਹੀ। ਜਿਹੜੇ 4 ਕਿੱਲੇ 'ਚੋਂ 2 ਕਿੱਲੇ ਗਏ ਉਹ ਤਾਂ ਖਤਮ ਹੋ ਗਿਆ ਨਾ ਇੱਥੇ ਰਹਿਣ ਜੋਗਰਾ ਨਾ ਕਿਤੇ ਹੋਰ ਲੈਣ ਜੋਗਰਾ। ਇਹ ਜਿਹੜੀ ਕਲੈਕਟਰ ਰੇਟ ਤਾਂ ਜਦੋਂ ਇਹ ਹੋਇਆ ਨਾ 1,80,000 ਮਿਲਿਆ ਸੀ ਪਹਿਲਾਂ ਇੱਥੇ ਦਾ, 1 ਕਰੋੜ 80 ਲੱਖ 1 ਕਰੋੜ 80 ਲੱਖ। ਇਹ ਉਸ ਤੋਂ ਬਾਅਦ ਮੋਦੀ ਸਰਕਾਰ ਨੇ ਨਾਲ ਦੀ ਨਾਲ ਕਲੈਕਟਰ ਰੇਟ ਅੱਧੇ ਕਰਤੇ। ਸਾਡੇ ਪਿੰਡ ਦਾ 18 ਲੱਖ ਸੀ 9 ਲੱਖ ਕਰਤਾ। ਹੁਣ 9 ਲੱਖ ਨੇ ਦੇਖੀ ਜਾਂਦੇ ਨੇ ਇਹ। ਅੱਗੇ ਵੀ ਜਦੋਂ ਆਪਾਂ ਰਜਿਸਟਰੀਆਂ ਹੁੰਦੀਆਂ ਨੇ ਉਸ ਕਲੈਕਟਰ ਰੇਟ ਨੂੰ ਕੌਣ ਦੇਖਦਾ? ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਲੈਕਟਰ ਰੇਟ ਕੀ ਹੈ। ਆਪਾਂ ਤਾਂ ਸਿੱਧਾ ਸੌਦੇ ਹੁੰਦੇ ਨੇ, ਉਹ ਤਕਰੀਬਨ ਚੌਗੁਣਾ ਹੁੰਦਾ ਕਲੈਕਟਰ ਰੇਟ, ਉਹ ਚੌਗੁਣੇ ਹਿੱਸੇ ਸੌਦੇ ਹੁੰਦੇ ਨੇ। ਅੱਜ 30-35 ਲੱਖ ਤਾਂ ਹੁਣ ਆਮ ਹੈ ਰੇਟ, ਚਲੋ 25 ਤੋਂ 35 ਤੱਕ ਲਾ ਲਓ, ਪਰ ਇਹ 9 ਲੱਖ ਤਾਂ ਕਿਸੇ ਹਿਸਾਬ 'ਚ ਨਹੀਂ ਆਉਣਾ। ਪਰ ਇਹ ਤਾਂ ਗੱਲ ਹੈ ਜੇ ਕੋਈ ਸਹਿਮਤੀ ਨਾਲ ਕੋਈ ਵੇਚਦਾ ਹੋਵੇ ਜਾਂ ਦੇਣੀ ਹੋਵੇ, ਪਰੰਤੂ ਹੁਣ ਤਾਂ ਉਜਾੜਾ ਹੈ। ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਕਿਉਂਕਿ ਇੱਥੇ ਕੋਈ ਰਸਤਾ ਨਹੀਂ ਪਹਿਲਾਂ ਵੀ ਉਹਨੂੰ ਚੌੜਾ ਕੀਤਾ ਜਾ ਸਕਦਾ। ਇਹ ਤਾਂ ਸਿੱਧੀ ਜ਼ਮੀਨ 'ਤੇ ਜਾਂ ਸਿੱਧਾ ਸਾਡੇ 'ਤੇ ਕਬਜ਼ਾ ਜ਼ਮੀਨ 'ਚ ਵੜੂਗਾ ਕੋਈ, ਅਸੀਂ ਫਿਰ ਆਪਦਾ ਜੋਰ ਅਜਮਾਈ ਕਰਾਂਗੇ। ਮੈਂ ਜਗਵਿੰਦਰ ਸਿੰਘ ਪਿੰਡ ਸੰਦੋਖਪੁਰਾ। ਠੀਕ ਹੈ ਜੀ। ਮੈਂ ਪਹਿਲਾਂ 2015 ਚੋਂ ਇਸ ਚੀਜ਼ ਦਾ ਅਫੈਕਟਡ ਆ। ਮੇਰਾ ਪਿੰਡ ਬਡਰੁੱਖਾ ਸੀ, ਅਸੀਂ ਉੱਥੇ ਰੋਡ ਦੇ ਵਿੱਚ ਜ਼ਮੀਨ ਅਕਵਾਇਰ ਹੋ ਗਈ, ਉੱਥੋਂ ਉੱਜੜ ਕੇ ਸੰਦੋਖਪੁਰੇ ਆ ਕੇ ਬਸਣ ਲੱਗੇ। ਹੁਣ ਇੱਥੋਂ ਇਹਨਾਂ ਦੀ ਸਰਕਾਰ ਦੀ ਧੱਕੇਸ਼ਾਹੀ ਨਾਲ ਦੁਬਾਰੇ ਜਾੜੇ ਜਾ ਰਹੇ ਆ। ਜ਼ਿਮੀਂਦਾਰਾ ਕੀ ਕਰੂਗਾ? ਥਾਂ ਆਪਦਾ ਬਸੇਰਾ ਕਿੱਥੇ ਕਰੂਗਾ? ਇਹਦਾ 4 ਸਾਲਾਂ ਬਾਅਦ 5 ਸਾਲਾਂ ਬਾਅਦ ਹਮਲਾ ਕਰ ਦਿੰਦੇ ਆ ਕੇ। ਸੈਂਟਰ ਸਰਕਾਰ ਤਾਂ ਸਾਨੂੰ ਮਾਰ ਹੀ ਰਹੀ ਹੈ, ਲੇਕਿਨ ਪੰਜਾਬ ਸਰਕਾਰ ਸਾਨੂੰ ਲੁੱਟ ਰਹੀ ਹੈ। ਉਹਦੀ ਲੁੱਟ ਦੀਆਂ ਕਾਪੀਆਂ ਮੇਰੇ ਕੋਲ ਨੇ। ਜਗਵਿੰਦਰ ਜੀ ਕਿੰਨੀ ਜ਼ਮੀਨ ਆਈ ਆ ਆਪਣੀ ਉਹਦੇ ਵਿੱਚ ਰੋਡ? 5 ਏਕੜ ਜ਼ਮੀਨ ਆ ਗਈ ਮੇਰੀ ਵਿੱਚ। ਤੇ ਉਹਦਾ ਕੀ ਪੈਸੇ ਕੀ ਦੇ ਰਹੇ ਨੇ? ਕੀ ਤੁਹਾਨੂੰ ਮਤਲਬ ਨੋਟਿਸ ਕੱਢਿਆ ਉਹਨਾਂ ਨੇ? 1 ਏਕੜ ਦੇ 9,57,206 ਰੁਪਏ ਨੇ, ਜਿਸ ਦੇ ਲੁੱਟ ਖਸੁੱਟ 'ਚ ਅਸੀਂ ਸਾਡੇ MP ਵਿਜੇਂਦਰ ਸਿੰਗਲਾ ਜੀ ਕੋਲ ਗਏ। ਉਹਨਾਂ ਕੋਲ ਅਸੀਂ ਜਾ ਕੇ ਅਪੀਲ ਕੀਤੀ ਵੀ ਸਾਡੇ ਬਹੁਤ ਮਾਰਾ ਹੋ ਰਹੀਆਂ ਨੇ, ਸਾਡੀ ਹੈਲਪ ਕਰੋ। ਕੁਝ ਦਿਨ ਤਾਂ ਸਾਨੂੰ ਉਹ ਲੋਲੀਪੌਪ ਦੇ ਕੇ ਮੁੜਦੇ ਰਹੇ, ਲੇਕਿਨ ਅੰਤ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਵੀ ਜੋ ਸੋ ਤੋਂ ਹੁੰਦਾ ਕਰ ਲਓ, ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ। ਸਾਨੂੰ ਇੱਦਾਂ ਦੇ ਖਰੇ ਜਵਾਬ ਦੇ ਕੇ ਸਾਡੀ ਨਿੰਦਿਆ ਬੇਇੱਜ਼ਤੀ ਕਰਕੇ ਮੋੜ ਦਿੰਦੇ ਆ। ਦੱਸੋ ਅਸੀਂ ਕਿੱਥੇ ਜਾਈਏ? ਸਾਡੇ ਕੋਲੇ ਜਾਣ ਲਈ ਇੱਕ ਰੋਡ ਬਚਿਆ ਸੀ, ਇੱਥੋਂ ਰੋਡ ਨਹੀਂ ਕ੍ਰੋਸ ਹੁੰਦਾ। ਅਸੀਂ ਇੱਥੇ ਦੇ ਕੇ ਧਰਨਾ ਲਾਇਆ ਵੀ ਅਸੀਂ ਜ਼ਮੀਨ ਦੇਣੀ ਨਹੀਂ ਤਾਂ ਇੰਚ ਵੀ ਨਹੀਂ ਦੇਣੀ, ਮਰ ਜਾਾਂਗੇ ਪਰ ਜ਼ਮੀਨ ਨਹੀਂ ਦੇਵਾਂਗੇ। ਵੈਸੇ ਦਿੱਲੀ ਕਟੜਾ ਜੋ ਐਕਸਪ੍ਰੈਸ ਬਣ ਰਿਹਾ, ਕੀ ਬੁਰਜੀਆਂ ਲੱਗ ਗਈਆਂ ਉਹਨਾਂ ਨੇ ਜ਼ਮੀਨ 'ਚ? ਕੋਈ ਮਤਲਬ ਕਰੀ ਆ ਪਮੈਸ ਵਗੈਰਾ? ਬੁਰਜੀਆਂ ਵੀ ਲੱਗ ਗਈਆਂ। ਬੁਰਜੀਆਂ ਦੇ ਨਾਲ ਇਹ ਵੱਡੇ ਘਰਾਨਿਆਂ ਦੇ ਠੇਕੇਦਾਰ ਗੇੜੇ ਦੇਣ ਲੱਗ ਗਏ। ਚੋਰੀਆਂ ਡਰੋਨ ਲੈ ਕੇ ਉਹ ਜ਼ਮੀਨ ਦੇ ਉਹ ਚੱਕਦੇ ਨੇਗੇ, ਮਿੱਟੀ ਦੇ ਸੈਂਪਲ ਲੈ ਜਾਂਦੇ ਨੇ। ਸੈਂਪਲਾਂ ਨਾਲ ਇਹ ਚੈੱਕ ਕਰਦੇ ਨੇ ਵੀ ਅਸੀਂ ਟੈਂਡਰ ਕਿਹਨੂੰ ਦੇਣਾ ਹੈ। ਇਹ ਵੱਡੇ ਘਰਾਨਿਆਂ ਦੇ ਰਿਸ਼ਤੇਦਾਰ ਨੇ, ਆਪਣੇ ਰਿਸ਼ਤੇਦਾਰਾਂ ਨੂੰ ਟੈਂਡਰ ਦਿੰਦੇ ਨੇ। ਬੁਰਜੀਆਂ ਦੀ ਕੀ ਲੋੜ ਹੈ? ਅਵਾਰਡ ਹੀ ਕੱਢਤਾ ਇਹਨਾਂ ਨੇ। ਦੇਖੋ ਸਰਕਾਰੀ ਸਰਟੀਫਾਈਡ ਕਾਪੀਆਂ ਨੇ। ਇਹ 1600 ਰੁਪਇਆ ਲਾ ਕੇ ਕਾਪੀ ਪ੍ਰਾਪਤ ਹੋਈ ਹੈਗੀ। ਮਾੜਾ ਬੰਦਾ ਅਵਾਰਡ ਨਹੀਂ ਕਢਾਉਂਦਾ, ਹਰੇਕ ਬੰਦੇ ਨੂੰ ਇਹਦੀ ਨੌਲੇਜ ਨਹੀਂ ਹੈਗੀ। ਇਹ ਸਰਕਾਰਾਂ ਅੰਦਰ ਬੈਠੀਆਂ ਕਮਰੇ 'ਚ ਬੈਠੀਆਂ ਲੁੱਟਦੀਆਂ ਨੇ। ਜਗਵਿੰਦਰ ਜੀ ਰੇਟ ਦਿਖਾਓ, ਕਿੱਥੇ ਰੇਟ ਲਿਖਿਆ ਇਹਨਾਂ ਨੇ? ਕਿੱਲੇ ਦਾ ਜੋ ਤੁਸੀਂ ਏਕੜ ਦਾ ਕਹਿੰਦੇ ਹੋ ਕਿ ਤਕਰੀਬਨ 9.5 ਲੱਖ ਦੇ ਰਹੇ ਨੇ, ਪਰ ਸਰਕਾਰਾਂ ਕਹਿ ਰਹੀਆਂ ਨੇ ਕਿਉਂਕਿ ਰੇਟ ਜੋ ਦੇਣਾ ਅਸੀਂ ਵੀ 25 ਲੱਖ ਤੋਂ 50 ਲੱਖ ਤੱਕ ਦੇਣਾ, ਐਵੇਂ ਦੀ ਕੋਈ ਇੱਕ ਗੱਲਬਾਤ ਹੋਈ ਸੀ।
ਕਿੱਥੇ ਆ ਕਿੱਥੇ ਦੇਖੋ ਜੀ 9 ਲੱਖ 9,67,000 10,000 ਰੁਪਏ ਇਹਨਾਂ ਨੇ ਵਿਆਜ ਦਿੱਤਾ 187 ਦਿਨਾਂ ਦਾ। 9,67,000 ਬਣਦਾ 9,67,000 ਬਣਾਇਆ 187 ਦਿਨਾਂ ਦਾ 10,000 ਵਿਆਜ ਦਿੱਤਾ ਇਹਨਾਂ ਨੇ ਸਾਨੂੰ। ਓਕੇ, ਹੁਣ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਜ਼ਮੀਨ ਇਨਕੁਆਇਰ ਕਰਨੀ ਆ ਤੇ ਤੁਹਾਡੀ ਫਸਲ ਬੀਜੀ ਵੀ ਹੋਣੀ ਉੱਥੇ। ਅਕਵਾਇਰ ਤਾਂ ਕਰਨੀ ਆ ਲੇਕਿਨ ਠੱਗੀ ਨਾਲ ਕਰਨੀ ਆ। ਅਸੀਂ 1 ਤਰੀਕ ਨੂੰ ਡੀਸੀ ਸਾਹਿਬ ਦੇ ਧਰਨਾ ਦਿੱਤਾ ਸੀ। ਉਸ ਧਰਨੇ 'ਚ ਸਾਡਾ ਇੱਕੋ ਹੀ ਮੰਗ ਪੱਤਰ ਸੀਗਾ ਵੀ ਜਿੰਨਾ ਟਾਈਮ ਸਾਡਾ ਦਿੱਲੀ ਸੰਘਰਸ਼ ਚੱਲਦਾ ਹੈ, ਸਾਡੇ ਭਰਾ ਉੱਥੇ ਨੇ, ਸਾਡੇ ਘਰਾਂ 'ਚ ਬੁੜੀਆਂ ਨੇਗੀਆਂ, ਅਸੀਂ ਕੁਝ ਕਰ ਨਹੀਂ ਸਕਦੇ, ਸਾਨੂੰ ਉਹਨੇ ਦਿਨਾਂ ਲਈ ਡਿਲੇ ਕਰਿਆ ਜਾਵੇ, ਸਾਡੇ ਕੰਮ ਬੰਦ ਕਰੇ ਜਾਣ। ਅਸੀਂ ਆਪਦੀ ਦਿੱਲੀ ਦੀ ਜੰਗ ਜਿੱਤ ਕੇ ਦੁਬਾਰੇ ਫਿਰ ਸਾਡੀਆਂ ਕਮੇਟੀਆਂ ਉਰੇ ਸਾਡੇ ਭਰਾ ਵਾਪਸ ਆ ਜਾਣਗੇ, ਅਸੀਂ ਫੈਸਲਾ ਫਿਰ ਲੈਂਦੇ ਹੋਵਾਂਗੇ। ਇਹਨਾਂ ਨੇ ਸਾਨੂੰ ਭਰੋਸਾ ਦੇ ਕੇ ਮੋੜਤਾ ਵੀ ਤੁਹਾਡਾ ਕੰਮ ਬੰਦ ਕਰਤਾ, ਲੇਕਿਨ 7 ਤਰੀਕ ਦੀ ਮੀਟਿੰਗ ਇਹਨਾਂ ਨੇ ਫੇਰ ਰੱਖੀ, ਸੰਗਰੂਰ ਬੁਲਾ ਲਏ। ਦੇਖੋ ਇੱਕ ਪਾਸੇ ਸਾਨੂੰ ਬੰਦ ਕਰਾਤਾ, 7 ਤਰੀਕ ਨੂੰ ਇਹਨਾਂ ਨੇ ਫੇਰ ਮੀਟਿੰਗ ਰੱਖ ਲਈ। ਸਾਡੇ ਕੁਝ ਨੌਜਵਾਨ ਉੱਥੇ ਪਹੁੰਚੇ ਮੀਟਿੰਗ 'ਚ, ਮਗਰੋਂ ਇਹਨਾਂ ਦੇ ਐਸਡੀਐਮ ਪਿੰਡ 'ਚ ਆ ਕੇ ਲੌਸਮੈਂਟ ਕਰਾਉਂਦੇ ਨੇ ਵੀ ਤੁਸੀਂ ਫਸਲ ਨੂੰ ਪਾਣੀ ਨਹੀਂ ਲਾਉਣਾ, ਫਸਲ ਨਹੀਂ ਬੀਜਣੀ, ਜੇ ਕੋਈ ਫਸਲ ਬੀਜੂਗਾ ਉਹਦਾ ਮੁਆਵਜ਼ਾ ਨਹੀਂ ਦਿੱਤਾ ਜਾਊਗਾ, ਅਸੀਂ ਅਕਵਾਇਰ ਕਰਨੀ ਆ। ਇਹ ਦੋਗਲੀਆਂ ਨੀਤੀਆਂ ਖੇਡ ਰਹੀ ਹੈ ਪੰਜਾਬ ਗੌਰਮੈਂਟ। ਜ਼ਰਾ ਸਰ ਇੱਥੇ ਤਾਂ ਪਤਾ ਲੱਗਦਾ ਵੀ ਲੁੱਟਣ ਵਾਲੀ ਸਾਨੂੰ ਪੰਜਾਬ ਗੌਰਮੈਂਟ ਹੈ, ਮਾਰਨ ਵਾਲੀ ਸੈਂਟਰ ਗੌਰਮੈਂਟ ਹੈ। ਅਸੀਂ ਜਿਹੜੇ ਵੀ ਕਿਸਾਨ ਉਰੇ ਹੈਗੇ ਆ ਹਾਜ਼ਰ ਹਾਂ, ਸਾਡੀ ਜ਼ਮੀਨ ਸਰਕਾਰ ਨੇ ਐਕਵਾਇਰ ਕਰਨ ਦੀ ਕੋਸ਼ਿਸ਼ ਕਰੀ ਹੈ ਦਿੱਲੀ ਕਟੜਾ ਐਕਸਪ੍ਰੈਸ ਵਿੱਚ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਵੀ ਪਿਛਲੇ 3 ਮਹੀਨਿਆਂ ਤੋਂ ਆਪਣੀ ਸੈਂਟਰ ਦੀ ਸਰਕਾਰ ਨਾਲ ਜੋ ਲੜਾਈ ਚੱਲ ਰਹੀ ਹੈ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ, ਅਸੀਂ ਸਭ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਢ ਰਹੇ ਸੀ। ਸਾਡੇ ਮਾਂ-ਬਾਪ, ਭੈਣ ਭਾਈ, ਮਾਤਾਵਾਂ ਸਭ ਦਿੱਲੀ ਦੇ ਵਿੱਚ ਬੈਠੇ ਨੇ, ਪਰ ਸਰਕਾਰ ਨੇ ਆਪਦੀ ਸ਼ਾਤਰ ਦਿਮਾਗ ਨਾਲ ਚਾਲ ਚੱਲ ਕੇ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਬਖੇੜਾ ਸ਼ੁਰੂ ਕਰਤਾ। ਦਿੱਲੀ ਕਟੜਾ ਐਕਸਪ੍ਰੈਸਵੇ ਲਈ ਜ਼ਮੀਨ ਐਕਵਾਇਰ ਕਰਨ ਦੇ ਕੰਮ ਨੂੰ ਤੇਜ਼ ਕਰਤਾ। ਹੁਣ ਜਦੋਂ ਅਸੀਂ ਸਾਡੇ 'ਚੋਂ ਕੁਝ ਭਰਾ, ਕੁਝ ਸਾਥੀ ਦਿੱਲੀ ਬੈਠੇ ਸੀ ਤਾਂ ਸਾਨੂੰ ਸੁਨੇਹੇ ਆ ਰਹੇ ਨੇ ਘਰਾਂ 'ਚੋਂ ਵੀ ਆਪਣੇ ਖੇਤਾਂ ਦੇ ਵਿੱਚ ਠੇਕੇਦਾਰ ਅਫਸਰ ਫਿਰਦੇ ਨੇ, ਆਪਣੀਆਂ ਜ਼ਮੀਨਾਂ ਐਕਵਾਇਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਸ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਦਫ਼ਤਰਾਂ ਦੇ ਵਿੱਚ ਚੱਕਰ ਮਾਰਨੇ ਸ਼ੁਰੂ ਕਰਤੇ ਵੀ ਇਹ ਕੀ ਪ੍ਰੋਸੈਸ ਹੈ। ਤਾਂ ਸਾਨੂੰ ਪਤਾ ਲੱਗਿਆ ਗਿਆ ਵੀ ਇਹਨਾਂ ਨੇ ਕਿਸਾਨੀ ਧਰਨਿਆਂ ਦੀ ਆੜ ਦੇ ਵਿੱਚ 3A ਤੇ 3D ਨੋਟੀਫਿਕੇਸ਼ਨ ਕੱਢ ਕੇ ਸਾਡੀ ਸਹਿਮਤੀ ਤੋਂ ਬਿਨਾਂ ਸਾਡੀਆਂ ਜ਼ਮੀਨਾਂ ਦੇ ਫਰਦਾਂ ਤੇ ਆਪਦੇ ਨੋਟ ਪਵਾ ਦਿੱਤੇ ਵੀ ਇਹ ਜ਼ਮੀਨ ਹੁਣ ਸੈਂਟਰ ਸਰਕਾਰ ਦੇ ਅਧੀਨ ਹੋ ਗਈ। ਅਸੀਂ ਫਿਰ ਦਫ਼ਤਰਾਂ ਦੇ ਵਿੱਚ ਮੈਮੋਰੰਡਮ ਦੇਣੇ ਸ਼ੁਰੂ ਕੀਤੇ ਸਰਕਾਰੀ ਨੁਮਾਇੰਦਿਆਂ ਨੂੰ ਵੀ ਅਸੀਂ ਆਪਦੀ ਜਥੇਬੰਦੀਆਂ ਦੇ ਨਾਲ ਆ, ਅਸੀਂ ਸਮੂਹ ਕਿਸਾਨ ਭਰਾ ਦਿੱਲੀ ਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ, ਕੇਂਦਰ ਕੈਪਟਨ ਦੀ ਤੇ ਕੇਂਦਰ ਦੀ ਸਰਕਾਰ ਨੂੰ, ਜਿੰਨਾ ਚਿਰ ਸਾਡੇ ਕਿਸਾਨ ਜਥੇਬੰਦੀਆਂ ਦਾ ਸੰਘਰਸ਼ 'ਚੋਂ ਜਿੱਤ ਨਹੀਂ ਹੁੰਦੀ। ਪਰ ਸਾਡੇ ਸਾਰਿਆਂ ਜੋ ਵੀ ਅਸੀਂ ਮੰਗ ਪੱਤਰ ਦਿੱਤੇ ਉਹਨਾਂ ਨੂੰ ਕੂੜੇਦਾਨਾਂ ਦੇ ਵਿੱਚ ਸਿੱਟ ਕੇ ਇਹਨਾਂ ਨੇ ਆਪਦੇ ਲੈਵਲ ਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਅੱਕ ਕੇ ਅਸੀਂ ਸਾਰੇ ਸਮੂਹ ਕਿਸਾਨਾਂ ਨੇ ਇੱਕ ਰਲ ਕੇ ਦਿੱਲੀ ਕਟੜਾ ਐਕਸਪ੍ਰੈਸਵੇ ਕਿਸਾਨ ਸੰਘਰਸ਼ ਕਮੇਟੀ ਬਣਾਈ ਹੈ। ਇਹ ਕਮੇਟੀ ਬਣਾਉਣ ਤੋਂ ਪਹਿਲਾਂ ਅਸੀਂ ਸਾਰੇ ਕਿਸਾਨ ਭਰਾਵਾਂ ਤੋਂ ਸਹਿਮਤੀ ਲਈ ਵੀ ਜੋ ਇਹ ਕਮੇਟੀ ਫੈਸਲਾ ਕਰੂ ਵੀ ਉਹ ਪ੍ਰਵਾਨ ਹੈ। ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਤਾ ਪਾਇਆ ਵੀ ਅਸੀਂ ਜਿਹੜੇ ਕਿਸਾਨਾਂ ਦੀ ਜ਼ਮੀਨ ਇਸ ਸੜਕੀ ਪ੍ਰੋਜੈਕਟ ਦੇ ਵਿੱਚ ਆ ਰਹੀ ਹੈ, ਅਸੀਂ ਸਾਰੇ ਦਿੱਲੀ ਕਟੜਾ ਐਕਸਪ੍ਰੈਸਵੇ ਨੂੰ ਜ਼ਮੀਨ ਦੇਣ ਤੋਂ ਕੋਰੀ ਨਾ ਕਰਦੇ ਹਾਂ।